ਨਾਂ ਅਨੂ ਹੈ। ਮੇਰੇ ਵਿਆਹ ਨੂੰ ਪੂਰੇ 2.5 ਸਾਲ ਹੋ ਗਏ ਸਨ, ਪਰ ਮੇਰੇ ਦਿਓਰ ਨੇ ਹਾਲੇ ਤੱਕ ਵਿਆਹ ਨਹੀਂ ਕਰਵਾਇਆ ਸੀ। ਉਹ ਜ਼ਿਆਦਾ ਟਾਈਮ ਮੇਰੀ ਸੱਸ ਨਾਲ ਗੁਜ਼ਾਰਦਾ ਸੀ। ਇੱਕ ਦਿਨ ਮੇਰਾ ਘਰਵਾਲਾ ਬਾਹਰ ਗਏ ਤੇ ਮੈਂ ਆਪਣੀ ਸੱਸ ਦੇ ਕਮਰੇ ਵਿੱਚ ਗਈ ਤੇ ਜੋ ਮੈਂ ਵੇਖਿਆ, ਮੇਰੀ ਤਾਂ ਨਜ਼ਰ ਹੀ ਸ਼ਰਮਸਾਰ ਹੋ ਗਈ। ਜਦੋਂ ਮੇਰਾ ਵਿਆਹ ਹੋਇਆ ਤਾਂ ਘਰ ਵਿੱਚ ਮੈਂ, ਮੇਰੀ ਸੱਸ ਤੇ ਮੇਰਾ ਦਿਓਰ ਸੀ। ਮੇਰੀ ਸੱਸ ਵਿਧਵਾ ਸੀ, ਪਰ ਮੇਰੇ ਵਿਆਹ ਨੂੰ ਕਾਫੀ ਸਮਾਂ ਹੋ ਗਿਆ ਸੀ ਤਾਂ ਮੇਰੇ ਦਿਓਰ ਨੇ ਵਿਆਹ ਨਹੀਂ ਕਰਵਾਇਆ ਸੀ। ਉਹ ਅਜੀਬ ਹਰਕਤਾਂ ਕਰਦਾ ਸੀ। ਸਰਦੀਆਂ ਵਾਲੇ ਕੱਪੜੇ ਗਰਮੀ ਵਿੱਚ ਪਾਈ ਫਿਰਦਾ ਸੀ। ਮੈਂ ਘਰ ਦਾ ਸਾਰਾ ਕੰਮ ਕਰਦੀ ਸੀ। ਮੈਨੂੰ ਵਧੀਆ ਵੀ ਲੱਗਦਾ ਸੀ, ਟਾਈਮ ਪਾਸ ਵੀ ਹੋ ਜਾਂਦਾ ਸੀ। ਪਰ ਮੇਰਾ ਦਿਓਰ ਮੇਰੇ ਹੱਥ ਦੀ ਬਣੀ ਰੋਟੀ ਨਹੀਂ ਖਾਂਦਾ ਸੀ। ਕਹਿ ਦਿੰਦਾ ਕਿ ਮੈਂ ਤਾਂ ਆਪਣੇ ਮਾਂ ਦੇ ਹੱਥਾਂ ਦੀ ਰੋਟੀ ਖਾਣੀ ਹੈ। ਤੇ ਮੇਰੀ ਸੱਸ ਦੀ ਸਿਹਤ ਵੀ ਕੁਝ ਠੀਕ ਨਹੀਂ ਸੀ, ਪਰ ਫੇਰ ਵੀ ਉਹਨਾਂ ਨੂੰ ਰੋਟੀ ਬਣਾਉਣੀ ਪੈਂਦੀ ਸੀ। ਮੈਂ ਬੜੀ ਵਾਰੀ ਕਹਿਣਾ ਕਿ ਮੈਂ ਬਣਾ ਦਿੰਦੀ ਹਾਂ, ਪਰ ਉਹ ਕਹਿੰਦੇ ਕਿ ਰਹਿਣ ਦੇ, ਜਿੱਦ ਕਰਦਾ ਹੈ, ਮੈਂ ਹੀ ਬਣਾ ਦਿੰਦੀ ਹਾਂ। ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਤੁਹਾਡਾ ਛੋਟਾ ਭਰਾ ਵਿਆਹ ਕਿਉਂ ਨਹੀਂ ਕਰਵਾਉਂਦਾ। ਜੇਕਰ ਤੁਸੀਂ ਕਹੋ ਮੈਂ ਉਸ ਨੂੰ ਆਪਣੀ ਸਹੇਲੀ ਦਾ ਰਿਸ਼ਤਾ ਕਰਵਾ ਦੇਵਾਂ। ਤਾਂ ਮੇਰੇ ਘਰ ਵਾਲੇ ਨੇ ਕਿਹਾ ਕਿ ਤੂੰ ਉਸ ਦੇ ਵਿਆਹ ਦੀ ਗੱਲ ਨਾ ਕਰੀਂ, ਉਸ ਨੇ ਵਿਆਹ ਨਹੀਂ ਕਰਵਾਉਣਾ। ਜੇਕਰ ਤੈਨੂੰ ਕੁਝ ਉਲਟਾ ਸਿੱਧਾ ਕਹਿ ਦਿੱਤਾ ਤੇ ਫਿਰ ਤੂੰ ਗੁੱਸਾ ਕਰਨਾ ਹੈ। ਉਹ ਬੋਲਣ ਲੱਗਾ, ਅੱਗਾ ਪਿੱਛਾ ਨਹੀਂ ਦੇਖਦਾ। ਮੈਂ ਕਿਹਾ ਕਿ ਮੈਨੂੰ ਜੇ ਕੁਝ ਕਹਿ ਦਿੱਤਾ ਤਾਂ ਮੈਂ ਨਹੀਂ ਸਹਿਣਾ। ਤੁਸੀਂ ਸਹੋ ਤੁਹਾਡਾ ਭਰਾ ਹੈ। ਮੈਂ ਵੀ ਆਪਣੇ ਮਾਂ-ਬਾਪ ਦੀ ਲਾਡਲੀ ਧੀ ਸੀ। ਕਦੀ ਕਿਸੇ ਨੇ ਉੱਚੀ ਆਵਾਜ਼ 'ਚ ਮੈਨੂੰ ਕੁਝ ਨਹੀਂ ਕਿਹਾ ਸੀ। ਬੜੇ ਲਾਡ ਪਿਆਰ ਨਾਲ ਮੈਨੂੰ ਪਾਲਿਆ ਸੀ। ਇੱਕ ਦਿਨ ਮਾਸੀ ਜੀ ਆਏ, ਯਾਨੀ ਕਿ ਮੇਰੀ ਸੱਸ ਦੀ ਭੈਣ। ਉਹ ਮੇਰੇ ਕੋਲ ਆਏ। ਗੱਲਾਂ ਵਿੱਚ ਗੱਲ ਹੋਈ ਕਿ ਮੇਰੇ ਦਿਓਰ ਦਾ ਵਿਆਹ ਕਿਉਂ ਨਹੀਂ ਕਰਦੇ, ਕੁਝ ਸਮਝ ਨਹੀਂ ਆਉਂਦਾ। ਮਾਸੀ ਜੀ ਨੇ ਕਿਹਾ ਕਿ ਇਹ ਤਾਂ ਕਿਸੇ ਨੂੰ ਵੀ ਸਮਝ ਨਹੀਂ ਆਉਂਦੀ। ਉਹਨਾਂ ਦੱਸਿਆ, ਜਦੋਂ ਤੇਰਾ ਸਹੁਰਾ ਸੀ ਉਸ ਸਮੇਂ ਇਸ ਦੇ ਵਿਆਹ ਦੀ ਗੱਲ ਕੀਤੀ ਸੀ, ਇਸ ਨੇ ਨਾ ਕਰ ਦਿੱਤੀ। ਹੋਰ ਵੀ 2-4 ਵਾਰੀ ਕੋਸ਼ਿਸ਼ ਕੀਤੀ ਹੈ ਇਸ ਦੇ ਵਿਆਹ ਦੀ, ਪਰ ਹਰ ਵਾਰੀ ਮਨਾ ਕਰ ਦਿੰਦਾ। ਫਿਰ ਹਾਰ ਕੇ ਤੁਹਾਡਾ ਵਿਆਹ ਕਰ ਦਿੱਤਾ, ਪਰ ਤੂੰ ਦੂਰ ਰਹੀ ਉਸ ਤੋਂ। ਇੱਕ ਵਾਰ ਦੀ ਗੱਲ ਹੈ, ਇੱਕ ਰਿਸ਼ਤੇਦਾਰੀ ਵਿੱਚ ਵਿਆਹ ਸੀ। ਉੱਥੇ ਕੁੜੀ ਸੀ ਜਿਸ ਨੇ ਇਸ ਨੂੰ ਵਿਆਹ ਲਈ ਮਜ਼ਾਕ ਕਰ ਦਿੱਤਾ ਸੀ। ਇਹ ਬਹੁਤ ਗੁੱਸਾ ਕਰ ਗਿਆ ਸੀ। ਕੁੜੀ ਨੂੰ ਸਭ ਨੇ ਮਿਲ ਕੇ ਬਹੁਤ ਔਖਾ ਬਚਾਇਆ ਸੀ। ਉਸ ਦੀ ਹਾਲਤ ਬੁਰੀ ਸੀ। ਮਾਸੀ ਜੀ ਨੇ ਕਿਹਾ ਕਿ ਪੁੱਤ, ਤੇਰੇ ਘਰ ਵਾਲੀ ਨੂੰ ਰਿਸ਼ਤਾ ਵੀ ਔਖਾ ਹੋਇਆ। ਜਿਸ ਨੂੰ ਵੀ ਤੇਰੇ ਦਿਓਰ ਬਾਰੇ ਪਤਾ ਚੱਲਦਾ ਸੀ, ਉਹ ਆਪਣੀ ਧੀ ਦਾ ਰਿਸ਼ਤਾ ਕਰਨ ਨੂੰ ਤਿਆਰ ਨਹੀਂ ਸੀ ਹੁੰਦਾ। ਪਰ ਤੂੰ ਗੱਲ ਨਾ ਕਰੀ, ਪਰ ਤੂੰ ਇਸ ਤੋਂ ਬਚ ਕੇ ਰਹੀਂ। ਤੇਰਾ ਦਿਓਰ ਬਹੁਤ ਖਤਰਨਾਕ ਇਨਸਾਨ ਹੈ, ਉਸ ਤੋਂ ਤਾਂ ਸਭ ਡਰਦੇ ਹਨ। ਇੱਕ ਦਿਨ ਮੈਂ ਕੱਪੜੇ ਧੋਂਦੇ ਹੋਏ ਦੇਖਿਆ ਕਿ ਇੰਨੇ ਗਰਮ ਕੱਪੜੇ ਮੇਰਾ ਦਿਓਰ ਕਿਉਂ ਪਾਉਂਦਾ। ਇਹ ਕੋਈ ਇਸ ਮੌਸਮ ਵਿੱਚ ਪਾਉਣ ਵਾਲੇ ਕੱਪੜੇ ਨਹੀਂ ਸਨ ਤੇ ਨਾ ਕੋਈ ਗੱਲ ਤਾਂ ਜ਼ਰੂਰ ਸੀ। ਮੇਰਾ ਦਿਲ ਨਹੀਂ ਸੀ ਮੰਨਦਾ। ਅਖੀਰ ਕੀ ਕਾਰਨ ਸੀ ਜੋ ਉਸ ਨੂੰ ਔਰਤਾਂ ਤੋਂ ਇੰਨੀ ਨਫ਼ਰਤ ਸੀ। ਖੈਰ, ਮੈਨੂੰ ਤਾਂ ਸਭ ਨੇ ਮਨਾ ਕੀਤਾ ਸੀ। ਇੱਕ ਦਿਨ ਮੈਂ ਆਪਣੀ ਸੱਸ ਨੂੰ ਕਿਹਾ ਕਿ ਮੇਰੀ ਸਹੇਲੀ ਦੇ ਬੇਟੇ ਦਾ ਜਨਮ ਦਿਨ ਹੈ, ਮੈਂ ਉੱਥੇ ਜਾਣਾ ਹੈ। ਮੇਰੀ ਸੱਸ ਨੇ ਕਿਹਾ ਕਿ ਠੀਕ ਹੈ, ਜਾ ਆਈ। ਮੈਂ ਚਲੀ ਗਈ। ਫੰਕਸ਼ਨ ਤੋਂ ਬਾਅਦ ਮੈਂ ਘਰ ਵਾਪਸ ਆ ਗਈ। ਘਰ ਦਾ ਦਰਵਾਜ਼ਾ ਖੁੱਲ੍ਹਿਆ ਪਿਆ ਸੀ। ਮੈਂ ਅੰਦਰ ਗਈ। ਮੈਨੂੰ ਮੇਰੀ ਸੱਸ ਦੇ ਰੋਣ ਦੀ ਆਵਾਜ਼ ਆ ਰਹੀ ਸੀ। ਉਹਨਾਂ ਨੂੰ ਪਤਾ ਨਹੀਂ ਲੱਗਾ ਕਿ ਮੈਂ ਆ ਗਈ। ਮੈਨੂੰ ਸੁਣਿਆ ਜਿੱਦਾਂ ਮੇਰੀ ਸੱਸ ਕਹਿ ਰਹੀ ਸੀ ਕਿ ਤੂੰ ਜੋ ਕਿਹਾ ਮੈਂ ਉਹ ਕੀਤਾ, ਹੋਰ ਕੀ ਕਰਾਂ। ਮੇਰੀ ਤਾਂ ਸਾਰੇ ਸਮਾਜ ਵਿੱਚ ਬੇਇੱਜ਼ਤੀ ਕਰਾ ਦਿੱਤੀ। ਮੇਰੀ ਸੱਸ ਦੀ ਆਵਾਜ਼ ਤੋਂ ਲੱਗ ਰਿਹਾ ਸੀ ਕਿ ਉਸ ਦੀ ਸਿਹਤ ਖਰਾਬ ਹੋ ਰਹੀ ਸੀ। ਮੈਨੂੰ 2 ਪਰਛਾਵੇਂ ਨਜ਼ਰ ਆ ਰਹੇ ਸਨ, ਪਰ ਮੈਂ ਅੰਦਰ ਜਾਣ ਦੀ ਡਰਦੀ ਸੀ ਕਿ ਮੇਰਾ ਦਿਓਰ ਖਤਰਨਾਕ ਸੀ। ਉਹ ਮੇਰੀ ਸੱਸ ਨੂੰ ਕਹਿ ਰਿਹਾ ਸੀ ਕਿ ਤੂੰ ਛੋਟੇ ਨੂੰ ਕਿਉਂ ਵਿਆਹ ਦਿਆ। ਉਸ ਦੀ ਘਰਵਾਲੀ ਮੇਰੇ ਵੱਲ ਬਹੁਤ ਹੈਰਾਨੀ ਨਾਲ ਵੇਖਦੀ ਹੈ। ਉਸ ਦਾ ਵਿਆਹ ਤੂੰ ਕਿਉਂ ਕੀਤਾ ਹੈ। ਉਹਨਾਂ ਨੂੰ ਇਸ ਘਰ ਚੋਂ ਕੱਢ ਦੇ। ਮੈਨੂੰ ਬਹੁਤ ਗੁੱਸਾ ਆਉਂਦਾ ਹੈ। ਮੇਰੀ ਸੱਸ ਨੇ ਕਿਹਾ ਕਿ ਤੂੰ ਤਾਂ ਵਿਆਹ ਨਹੀਂ ਕਰਵਾਇਆ, ਉਸ ਦਾ ਤਾਂ ਕਰਨਾ ਹੀ ਸੀ। ਫਿਰ ਉਹ ਕਹਿਣ ਲੱਗਾ ਕਿ ਇਹਨਾਂ ਨੂੰ ਘਰੋਂ ਬਾਹਰ ਕੱਢ ਦੇ। ਮੇਰੀ ਸੱਸ ਬੋਲੀ, ਕਿਉਂ ਬਾਹਰ ਕੱਢ ਦੇਵਾਂ, ਮੇਰਾ ਪੁੱਤ ਹੈ ਉਹ ਵੀ, ਨਾਲੇ ਸਾਰਾ ਦਿਨ ਉਸ ਦੀ ਘਰਵਾਲੀ ਘਰ ਦਾ ਸਾਰਾ ਕੰਮ ਕਰਦੀ ਹੈ। ਫਿਰ ਮੇਰਾ ਦਿਓਰ ਕਮਰੇ ਵਿੱਚੋਂ ਗੁੱਸੇ ਵਿੱਚ ਬਾਹਰ ਆਇਆ ਤੇ ਮੇਰੇ ਵੱਲ ਏਦਾਂ ਦੇਖਿਆ ਜਿਵੇਂ ਮੈਨੂੰ ਉਹ ਖਾ ਹੀ ਜਾਊਗਾ। ਪੂਰੇ ਗੁੱਸੇ ਨਾਲ ਉਹ ਮੇਰੇ ਵੱਲ ਵੇਖ ਰਿਹਾ ਸੀ। ਮੈਨੂੰ ਉਸ ਤੋਂ ਬਹੁਤ ਡਰ ਵੀ ਲੱਗ ਰਿਹਾ ਸੀ। ਮੇਰੀ ਸੱਸ ਨੇ ਕਿਹਾ ਕਿ ਤੂੰ ਤਾਂ ਵਿਆਹ ਨਹੀਂ ਕਰਵਾਇਆ, ਉਸ ਦਾ ਤਾਂ ਕਰਨਾ ਹੀ ਸੀ। ਫਿਰ ਉਹ ਕਹਿਣ ਲੱਗਾ ਕਿ ਇਹਨਾਂ ਨੂੰ ਘਰੋਂ ਬਾਹਰ ਕੱਢ ਦੇ। ਮੇਰੀ ਸੱਸ ਬੋਲੀ, ਕਿਉਂ ਬਾਹਰ ਕੱਢ ਦੇਵਾਂ, ਮੇਰਾ ਪੁੱਤ ਹੈ ਉਹ ਵੀ, ਨਾਲੇ ਸਾਰਾ ਦਿਨ ਉਸ ਦੀ ਘਰਵਾਲੀ ਘਰ ਦਾ ਸਾਰਾ ਕੰਮ ਕਰਦੀ ਹੈ। ਫਿਰ ਮੇਰਾ ਦਿਓਰ ਕਮਰੇ ਵਿੱਚੋਂ ਗੁੱਸੇ ਵਿੱਚ ਬਾਹਰ ਆਇਆ ਤੇ ਮੇਰੇ ਵੱਲ ਏਦਾਂ ਦੇਖਿਆ ਜਿਵੇਂ ਮੈਨੂੰ ਉਹ ਖਾ ਹੀ ਜਾਊਗਾ।
ਕਮਰੇ ਵਿੱਚ ਗਈ, ਮੇਰੀ ਸੱਸ ਰੋ ਰਹੀ ਸੀ। ਮੈਨੂੰ ਦੇਖ ਕੇ ਹੈਰਾਨ ਹੋ ਗਈ ਤੇ ਕਹਿਣ ਲੱਗੀ ਕਿ ਕਦੋਂ ਆਈ? ਮੈਂ ਕਿਹਾ ਹੁਣੇ ਆਈ ਸੀ। ਫਿਰ ਮੈਂ ਪੁੱਛਿਆ ਕੀ ਹੋ ਗਿਆ? ਸੋ ਕਿਸ ਗੱਲ ਦੀ ਲੜਾਈ ਸੀ? ਮੇਰੀ ਸੱਸ ਨੇ ਕਿਹਾ ਕੁਝ ਖਾਸ ਗੱਲ ਨਹੀਂ, ਬਸ ਉਸ ਦਾ ਸੁਭਾਅ ਹੈ। ਮੇਰੀ ਸੱਸ ਦੀ ਸਿਹਤ ਖਰਾਬ ਹੋ ਗਈ ਸੀ। ਸ਼ਾਮ ਨੂੰ ਮੇਰੀ ਸੱਸ ਨੂੰ ਮੇਰਾ ਘਰਵਾਲਾ ਡਾਕਟਰ ਕੋਲ ਲੈ ਕੇ ਗਿਆ ਤੇ ਮੈਨੂੰ ਪੁੱਛਿਆ ਕੀ ਗੱਲ ਹੋਈ। ਮੈਂ ਸਾਰੀ ਗੱਲ ਦੱਸੀ, ਜੋ ਕੁਝ ਨਾ ਹੋਇਆ ਸੀ। ਮੇਰੇ ਘਰਵਾਲੇ ਨੂੰ ਬਹੁਤ ਗੁੱਸਾ ਆਇਆ। ਮੈਂ ਕਿਹਾ ਕਿ ਤੇਰਾ ਭਰਾ ਸਾਨੂੰ ਘਰੋਂ ਬਾਹਰ ਕੱਢਣ ਲਈ ਕਿਉਂ ਕਹਿ ਰਿਹਾ ਸੀ? ਮੇਰੇ ਘਰਵਾਲੇ ਨੇ ਕਿਹਾ ਕਿ ਤੂੰ ਫਿਕਰ ਨਾ ਕਰ, ਕੋਈ ਨਹੀਂ ਆਪਾਂ ਨੂੰ ਕੱਢਦਾ ਘਰੋਂ, ਮੈਂ ਸਭ ਸੰਭਾਲ ਲੂੰਗਾ, ਪਰ ਤੂੰ ਪੰਗਾ ਨਾ ਲਈ ਇਸ ਨਾਲ। ਮੈਂ ਕਿਹਾ ਠੀਕ ਹੈ। ਮੇਰੀ ਸੱਸ ਦੀ ਸਿਹਤ ਠੀਕ ਨਹੀਂ ਸੀ, ਮੈਂ ਉਹਨਾਂ ਲਈ ਸੂਪ ਬਣਾ ਕੇ ਲੈ ਕੇ ਗਈ, ਪਰ ਮੇਰੇ ਦਿਓਰ ਨੇ ਕਿਹਾ ਨਹੀਂ ਚਾਹੀਦਾ, ਜੇ ਲੋੜ ਹੋਈ ਮੈਂ ਆਪੇ ਬਣਾ ਲਊਂਗਾ। ਮੈਨੂੰ ਤਾਂ ਗੁੱਸਾ ਆਇਆ ਤਾਂ ਮੈਂ ਕਹਿ ਦਿੱਤਾ ਕਿ ਤੂੰ ਹੀ ਤਾਂ ਸਿਹਤ ਖਰਾਬ ਕੀਤੀ ਹੈ। ਮੇਰੀ ਸੱਸ ਨੇ ਕਿਹਾ ਕਿ ਤੂੰ ਜਾ, ਮੈਂ ਸੂਪ ਨਹੀਂ ਪੀਣਾ। ਉਸ ਦੀਆਂ ਅੱਖਾਂ ਵਿੱਚ ਡਰ ਸੀ। ਮੈਂ ਸਾਰੀ ਗੱਲ ਜਾ ਕੇ ਆਪਣੇ ਘਰਵਾਲੇ ਨੂੰ ਦੱਸੀ ਕਿ ਕੋਈ ਪੁੱਤ ਏਦਾਂ ਵੀ ਕਰਦਾ, ਆਪਣੀ ਮਾਂ ਦੀ ਬੇਇੱਜ਼ਤੀ ਤੇ ਇੰਨਾ ਮਾੜਾ ਸਲੂਕ। ਮੇਰੇ ਘਰਵਾਲੇ ਨੇ ਕਿਹਾ ਕਿ ਤੂੰ ਪੰਗਾ ਕਿਉਂ ਲੈਂਦੀ ਹੈ? ਫਿਰ ਉਸਨੇ ਕਿਹਾ ਕਿ ਉਹ ਪੁੱਤ ਨਹੀਂ ਹੈ। ਮੈਂ ਕਿਹਾ ਕੀ ਮਤਲਬ? ਤਾਂ ਮੇਰੇ ਘਰਵਾਲੇ ਨੇ ਗੱਲ ਟਾਲਦੇ ਹੋਏ ਕਿਹਾ ਕਿ ਪੁੱਤ ਏਦਾਂ ਥੋੜ੍ਹਾ ਕਰਦੇ ਨੇ। ਇੱਕ ਦਿਨ ਮੇਰੇ ਘਰਵਾਲੇ ਨੇ ਕਿਤੇ ਜਾਣਾ ਸੀ, ਉਹ ਕਹਿੰਦੇ ਮੈਂ ਸਵੇਰੇ ਆ ਜਾਊਂਗਾ। ਮੈਂ ਕਿਹਾ ਮੈਨੂੰ ਡਰ ਲੱਗਦਾ ਹੈ। ਉਹ ਕਹਿਣ ਲੱਗੇ ਕਿ ਤੂੰ ਅੰਦਰੋਂ ਕੁੰਡੀ ਲਾ ਕੇ ਸੌਂ ਜਾਈਂ। ਮੈਂ ਰਾਤ ਨੂੰ ਪੀਣ ਪਾਣੀ ਉੱਠੀ ਤਾਂ ਮੈਨੂੰ ਆਪਣੀ ਸੱਸ ਦੇ ਕਮਰੇ ਵਿੱਚ ਆਵਾਜ਼ ਆਈਆਂ। ਮੈਂ ਆਪਣੇ ਦਿਓਰ ਨੂੰ ਦੇਖਿਆ, ਉਹ ਵੀ ਆਪਣੇ ਕਮਰੇ ਵਿੱਚ ਨਹੀਂ ਸੀ, ਉਹ ਮੇਰੀ ਸੱਸ ਦੇ ਕਮਰੇ ਵਿੱਚ ਸੀ। ਪਰ ਅੱਜ ਇੱਕ ਕੁੜੀ ਦੀ ਆਵਾਜ਼ ਆ ਰਹੀ ਸੀ, ਪਰ ਉਹ ਕੁੜੀ ਹੈ ਕੌਣ ਸੀ? ਮੈਂ ਬਾਰੀ ਵਿੱਚੋਂ ਦੇਖਿਆ ਤਾਂ ਹੈਰਾਨ ਰਹਿ ਗਈ। ਕਮਰੇ ਵਿੱਚ ਮੇਰਾ ਦਿਓਰ ਸੀ, ਕੁੜੀਆਂ ਵਾਲੇ ਕੱਪੜੇ ਪਾਏ ਹੋਏ ਸੀ, ਮੇਕਅਪ ਕੀਤਾ ਸੀ। ਮੇਰੀ ਸੱਸ ਦਾ ਰੋ ਰੋ ਕੇ ਬੁਰਾ ਹਾਲ ਸੀ। ਉਹਨਾਂ ਮੈਨੂੰ ਬਾਰੀ ਵਿੱਚੋਂ ਦੇਖ ਲਿਆ ਤੇ ਮੇਰਾ ਦਿਓਰ ਮੈਨੂੰ ਮਾਰਨ ਲਈ ਆਇਆ। ਮੈਂ ਡਰ ਗਈ। ਉਹ ਮੈਨੂੰ ਏਦਾਂ ਦੇਖ ਰਿਹਾ ਸੀ ਜਿੱਦਾਂ ਖਾ ਜਾਊ। ਮੈਂ ਡਰ ਗਈ। ਮੇਰੀ ਸੱਸ ਨੇ ਉਸਨੂੰ ਹੱਥ ਜੋੜੇ, ਇਸ ਨੂੰ ਜਾਣ ਦੇ। ਮੈਂ ਆਪਣੇ ਕਮਰੇ ਵਿੱਚ ਆ ਗਈ। ਬਹੁਤ ਡਰ ਲੱਗ ਰਿਹਾ ਸੀ। ਇਹ ਸਭ ਕੀ ਹੈ? ਮੈਨੂੰ ਸੋਚਦੇ ਸਾਰੀ ਰਾਤ ਲੰਘ ਗਈ। ਸਵੇਰ ਨੂੰ ਮੈਂ ਪੁੱਛਿਆ, ਮਾਂ ਇਹ ਸਭ ਕੀ ਸੀ? ਤਾਂ ਉਹਨੇ ਦੱਸਿਆ ਕਿ ਸ਼ੁਰੂ ਤੋਂ ਹੀ ਏਦਾਂ ਹੀ ਹੈ। ਤੇਰੇ ਆਉਣ ਤੋਂ ਪਹਿਲਾਂ ਇਹ ਕੱਪੜੇ ਏਦਾਂ ਹੀ ਪਾਈ ਫਿਰਦਾ ਸੀ, ਪਰ ਹੁਣ ਇਸ ਨੂੰ ਔਖਾ ਲੱਗਦਾ ਤੇ ਆਪਣੇ ਸਰੀਰ ਨੂੰ ਲੁਕਾਉਣ ਕਰਕੇ ਇਹ ਜ਼ਿਆਦਾ ਕੱਪੜੇ ਪਾਉਂਦਾ। ਮੇਰੀ ਸੱਸ ਨੇ ਕਿਹਾ ਪੁੱਤ ਮੇਰੀ ਜ਼ਿੰਦਗੀ ਦਾ ਜੋ ਹੈ ਸੋ ਹੈ, ਉੱਪਰ ਵਾਲੇ ਪੋਰਸ਼ਨ 'ਚ ਸੈੱਟ ਹੋ ਜਾਓ, ਇਹਨਾਂ ਦਾ ਜੋ ਵੀ ਹੋਊਗਾ ਦੇਖੀ ਜਾਏਗੀ। ਮੇਰੇ ਘਰ ਵਾਲੇ ਵੀ ਆ ਗਿਆ, ਉਸਨੂੰ ਸਭ ਪਤਾ ਸੀ। ਫਿਰ ਅਸੀਂ ਉੱਪਰ ਰਹਿਣ ਲੱਗੇ। ਮੈਂ ਜਲਦੀ ਜਲਦੀ ਨੀਚੇ ਦੇ ਸਾਰੇ ਕੰਮ ਮੁਕਾ ਲੈਂਦੀ ਸੀ ਤੇ ਜ਼ਿਆਦਾ ਸਮਾਂ ਉੱਪਰ ਹੀ ਰਹਿੰਦੀ। ਮੈਨੂੰ ਮੇਰੀ ਸੱਸ ਤੇ ਬਹੁਤ ਤਰਸ ਆਉਂਦਾ ਸੀ। ਸੱਚੀ ਉਸਨੇ ਆਪਣੀ ਜ਼ਿੰਦਗੀ ਖਰਾਬ ਕਰ ਲਈ ਸੀ। ਉਮੀਦ ਕਰਦੀ ਹਾਂ ਦੋਸਤੋ ਤੁਹਾਨੂੰ ਕਹਾਣੀ ਚੰਗੀ ਲੱਗੀ ਹੋਏਗੀ। ਚੰਗੀ ਲੱਗੇ ਤਾਂ ਕਹਾਣੀ ਨੂੰ ਲਾਈਕ ਜ਼ਰੂਰ ਕਰਿਓ, ਸ਼ੇਅਰ ਕਰਿਓ ਤੇ ਜ਼ਿਆਦਾ ਤੋਂ ਜ਼ਿਆਦਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ। ਫਿਰ ਮਿਲਾਂਗੇ ਇੱਕ ਸੋਹਣੀ ਜਿਹੀ ਕਹਾਣੀ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ।